तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੀ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ अवर कोई राखे, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। श्री हर कृष्ण ध्याइयै, जिस डिठै सब दुख जाए। तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਨੂੰ ਸਰਵਨ ਕਰਨ ਦਾ ਸੁਭਾਗਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ ਗੁਰ ਇਤਿਹਾਸ ਦੀ ਸਾਂਝ ਆਪ ਸੰਗਤ ਨਾਲ ਕਰ ਸਕੀਏ। ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਅਦਬ ਪਿਆਰ ਸਤਿਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਪਟਨਾ ਸਾਹਿਬ ਦੇ ਅਸਥਾਨ 'ਤੇ ਪਹੁੰਚੇ ਨੇ, ਆਪ ਜੀ ਨੇ ਆਪਣਾ ਤੇ ਪਰਿਵਾਰ ਦਾ ਜਿਹੜਾ ਟਿਕਾਣਾ ਹੈ ਉਹ ਵੈਸਾਖੀ ਰਾਮ ਦੀ ਹਵੇਲੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਰਨਾ ਕੀਤਾ। ਵੈਸਾਖੀ ਰਾਮ ਨੇ ਬਹੁਤ ਹੀ ਖੁਸ਼ੀ ਸਤਿਗੁਰੂ ਮਹਾਰਾਜ ਜੀ ਦੀ ਆਉਣ ਦੀ ਮਨਾਉਣਾ ਕੀਤੀ। ਬੜੇ ਆਪਣੇ ਚੰਗੇ ਭਾਗ ਸਮਝੇ
ਔਰ ਮਨ ਲਗਾ ਕਰਕੇ ਬਹੁਤ ਸੇਵਾ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਨ ਦੀ, ਪਰਿਵਾਰ ਦੀ ਸੰਭਾਲ ਦੀ, ਸੰਗਤ ਦੀ ਸੇਵਾ ਆਪ ਵਿਸਾਖੀ ਰਾਮ ਨੇ ਹੱਥੀਂ ਬਹੁਤ ਕੀਤੀ। ਬੰਗਾਲ ਦੀ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਈ ਤੇ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਗੌੜੀ ਰਾਗ ਦੇ ਅੰਦਰ ਉਪਦੇਸ਼ ਦੇਣਾ ਕੀਤਾ, ਸਾਧੋ ਇਹ ਮਨ ਗਹਿਓ ਨਾ ਜਾਈ। ਪਾਵਨ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਮਿਲਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ। ਜਾਂ ਮਹਾਰਾਜ ਜੀ ਨੇ ਮਨ ਦੀ ਤੁਲਨਾ ਇੱਕ ਚੰਚਲ ਬਾਲਕ ਦੇ ਨਾਲ ਕੀਤੀ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਮਹਾਰਾਜ ਕਹਿੰਦੇ ਨੇ ਕਿ ਇਹ ਮਨ ਰੂਪੀ ਜਿਹੜਾ ਰਾਜਾ ਹੈ, ਇਹ ਬਾਲਕ ਹੈ, ਸਿਆਣਾ ਨਹੀਂ, ਇਹ ਚੰਚਲ ਮਤ ਵਾਲਾ ਹੈ। ਰਾਜਾ ਬਾਲਕ। ਦੂਸਰੀ ਮਹਾਰਾਜ ਕਹਿੰਦੇ ਨੇ ਨਗਰੀ ਕਾਚੀ, ਤੇ ਜਿਸ ਨਗਰ ਦੇ ਵਿੱਚ, ਜਿਸ ਥਾਂ ਤੇ ਇੰਦਾ ਰਾਜ ਹੈ, ਉਹ ਕੱਚੀ ਨਗਰੀ ਹੈ। ਭਾਵ ਕਿ ਇਹ ਜਿਹੜਾ ਸਾਨੂੰ ਮਹਾਰਾਜ ਨੇ ਦੇ ਦਿੱਤੀ ਹੈ, ਮਹਾਰਾਜ ਕਹਿੰਦੇ ਨੇ ਇਹ ਪੱਕੀ ਨਗਰੀ ਨਹੀਂ। ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਜੇ ਹੋਏ, ਰਾਜਿਆਂ ਨੇ ਆਪਣੇ ਮਹਿਲ ਬਣਾਏ, ਕਿਲੇ ਬਣਾਏ, ਪਰ ਜਦੋਂ ਇੱਕ ਰਾਜਾ ਸੰਸਾਰ ਤੋਂ ਚਲਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਵਿੱਚ ਦੂਸਰਾ ਰਾਜਾ, ਉਹਦਾ ਪੁੱਤਰ, ਉਹਦਾ ਰਿਸ਼ਤੇਦਾਰ ਜਾਂ ਕੋਈ ਦੂਸਰਾ ਹੋਰ ਕੋਈ ਰਾਜਾ ਆ ਕੇ ਜਦੋਂ ਤਖਤ ਤੇ ਬੈਠਣਾ ਤੇ ਉਹਨੇ ਉਹੀ ਮਹਿਲ, ਉਹੀ ਘਰ, ਉਹੀ ਕਿਲੇ ਨੂੰ ਵਰਤਣਾ, ਉਹੀ ਨਗਰੀ ਦੀ ਵਰਤੋਂ ਉਹਨੇ ਕਰਨੀ। ਪਰ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਨਗਰੀ ਹੈ, ਜਿਸ ਨਗਰੀ ਦਾ ਰਾਜਾ ਮਨ ਰੂਪੀ ਹੈ, ਮਨ ਜਿਸ ਨਗਰੀ ਦੇ ਉੱਤੇ ਰਾਜ ਕਰਦਾ ਹੈ, ਇਹ ਕੱਚੀ ਨਗਰੀ ਹੈ। ਜਿੱਦਣ ਇਸ ਨਗਰੀ ਦਾ ਅੰਤ ਹੋਣਾ ਹੈ, ਉਦਣ ਰਾਜੇ ਨੇ ਇਸ ਨਗਰੀ ਨੂੰ ਛੱਡ ਕੇ ਚਲੇ ਜਾਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਹਰ ਰਾਜੇ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹ ਆਪਣੇ ਦਰਬਾਰ ਦੇ ਵਿੱਚ ਜਿਹੜੇ ਸਲਾਹਕਾਰ ਨੇ ਉਹ ਬਹੁਤ ਸਿਆਣੇ ਰੱਖੇ, ਮੰਤਰੀ ਜਿਹੜੇ ਨੇ ਉਹ ਬਹੁਤ ਸਿਆਣੇ ਰੱਖੇ, ਜਿਨ੍ਹਾਂ ਦੇ ਨਾਲ ਉਹ ਸਲਾਹ ਕਰ ਸਕੇ, ਚੰਗੀ ਤਜਵੀਜ਼ ਮਿਲ ਸਕੇ, ਕੁਝ ਚੰਗੇ ਉਦਮ ਤੇ ਉਪਰਾਲੇ ਕੀਤੇ ਜਾ ਸਕਣ। ਪਰ ਇਸ ਮਨ ਦੇ ਜਿਹੜੇ ਸਲਾਹਕਾਰ ਨੇ, ਮਹਾਰਾਜ ਕਹਿੰਦੇ ਨੇ ਦੁਸ਼ਟਾਂ ਨਾਲ ਪਿਆਰੋ। ਇੱਕ ਤਾਂ ਮਨ ਚੰਚਲ ਹੈ, ਮਨ ਅਣਜਾਣ ਹੈ, ਮਨ ਨੂੰ ਕੋਈ ਗਿਆਨ ਸਮਝ ਨਹੀਂ, ਤੇ ਦੂਸਰਾ ਮਨ ਜਿਹੜਾ ਹੈ ਉਹ ਉਹਦਾ ਸਾਥ ਜਿਹੜਾ ਹੈ ਦੁਸ਼ਟਾਂ ਦੇ ਨਾਲ ਬਣਿਆ ਹੋਇਆ ਹੈ। ਦੁਸ਼ਟਾਂ ਨਾਲ ਪਿਆਰੋ। ਮਹਾਰਾਜ ਕਹਿੰਦੇ ਨੇ ਇਸ ਕਰਕੇ ਇਸ ਮਨ ਦੀਆਂ ਅਨੇਕਾਂ ਤਰੰਗਾਂ ਨੇ। ਇਹ ਮਨ ਛਿਨ ਭਰ ਵਾਸਤੇ ਵੀ ਜਿਹੜਾ ਹੈ ਉਹ ਇੱਕ ਥਾਂ ਤੇ ਨਹੀਂ ਟਿਕਦਾ। ਪਰਮਾਨੁ ਪਰਜੰਤ ਆਕਾਸੇ ਦੀਪ ਲੋ ਸੇ ਖੰਡਨੇ ਗਾਸ਼ੇਨ ਨੈਣ ਭਰੇਨ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਉਦਾਹਰਨ ਦਿੱਤੀ ਗਾਸ਼ੇਨ ਨੈਣ ਭਰੇਨ, ਕਿ ਅੱਖਾਂ ਭਰ ਕੇ ਪਲਕਾਂ ਨੂੰ ਇੱਕ ਵਾਰੀ ਜਦੋਂ ਅਸੀਂ ਝਮਕਦੇ ਹਾਂ, ਪਲਕਾਂ ਇੱਕ ਵਾਰੀ ਅਸੀਂ ਬੰਦ ਕਰਕੇ ਉਠਾਉਂਦੇ ਹਾਂ, ਇਸ ਸਮੇਂ ਨੂੰ ਅਸੀਂ ਕਹਿੰਦੇ ਹਾਂ ਛਿਨ। ਖਿਨ ਸ਼ਬਦ ਵੀ ਵਰਤਦੇ ਹਾਂ, ਛਿਨ ਵੀ ਵਰਤਦੇ ਹਾਂ, ਪਲ ਮਾਤਰ ਸ਼ਬਦ ਵੀ ਵਰਤਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਕਿ ਇਹ ਪਰਮਾਣੂ ਪਰਜੰਤ ਇੰਨਾ ਸੂਖਸ਼ਮ ਮਨ ਹੈ ਕਿ ਇਹਨੂੰ ਅਸੀਂ ਦੇਖ ਨਹੀਂ ਸਕਦੇ। ਪਰਮਾਣੂ ਪਰਜੰਤ ਇਹ ਇੰਨਾ ਸੂਖਸ਼ਮ ਹੈ ਕਿ ਇਹਨੂੰ ਕਿਸੇ ਅਸੀਂ ਮਾਈਕਰੋਸਕੋਪ ਦੇ ਨਾਲ, ਕਿਸੇ ਖੁਰਦਬੀਨ ਦੇ ਨਾਲ ਇਹਨੂੰ ਦੇਖ ਨਹੀਂ ਸਕਦੇ। ਆਕਾਸੇ ਦੀਪ ਲੋ ਸੇ ਖੰਡਨੇ, ਇਹ ਇੱਕ ਛਿਨ ਦੇ ਵਿੱਚ ਧਰਤੀ ਤੇ ਹੈ ਤੇ ਦੂਸਰੇ ਛਿਨ ਦੇ ਵਿੱਚ ਆਕਾਸ਼ ਜਾ ਚੜ੍ਹਦਾ ਹੈ। ਇੱਥੇ ਬੈਠਿਆਂ ਹੋਇਆਂ ਮਨ ਜਿਹੜਾ ਹੈ ਉਹ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਪਹੁੰਚ ਜਾਂਦਾ ਹੈ, ਪ੍ਰਦੇਸ਼ ਵਿੱਚ ਪਹੁੰਚ ਜਾਂਦਾ ਹੈ। ਜਿਹੜੇ ਹਿੰਦੁਸਤਾਨ ਦੀ ਧਰਤੀ ਤੇ ਬੈਠੇ ਨੇ ਤੇ ਜਦੋਂ ਉਹ ਵਿਦੇਸ਼ ਦੇ ਵਿੱਚ ਜਾਂਦੇ ਨੇ ਜਾਂ ਪਰਿਵਾਰ ਉਹਨਾਂ ਦਾ ਵਿਦੇਸ਼ ਵਿੱਚ ਵੱਸਦਾ ਹੈ ਤੇ ਮਨ ਦੇ ਵਿੱਚ ਹੀ ਫੁਰਨੇ ਉੱਠਦੇ ਆ ਨਾ ਕਿ ਮੇਰਾ ਪੁੱਤਰ, ਧੀ, ਪਰਿਵਾਰ, ਮੇਰੇ ਬੱਚੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਨੇ, ਤੇ ਮਨ ਉਸੇ ਵੇਲੇ ਉਹਨਾਂ ਫੁਰਨਿਆਂ ਦੇ ਵਿੱਚ ਉੱਥੇ ਪਹੁੰਚ ਜਾਂਦਾ ਹੈ। ਤੇ ਵਿਦੇਸ਼ ਬੈਠਿਆਂ ਦਾ ਮਨ ਕਈ ਵਾਰੀ ਹੋਰ ਦੇਸ਼ ਇਸ ਧਰਤੀ ਦੇ ਉੱਤੇ ਪਹੁੰਚ ਜਾਂਦਾ ਹੈ।
ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਇਹ ਮਨ ਦੀਆਂ ਤਰੰਗਾਂ ਅਨੇਕਾਂ ਨੇ ਤੇ ਇਸ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਇੱਕ ਅਦੀਬ ਦੇ ਬਚਨ ਨੇ, ਉਹ ਕਹਿੰਦਾ ਹੈ ਕਿ ਮਾਲਾ ਤੋਂ ਕਰਮੇ ਫਿਰੇ ਜੀਵ ਫਿਰੇ ਮੁਖ ਮਾਹੇ, ਮਨੁਆ ਤੋਂ ਦਹਿ ਦਿਸ ਫਿਰੇ ਐਸੇ ਸਿਮਰਨ ਨਾਹੇ। ਮਨ ਜਿਹੜਾ ਹੈ ਉਹ ਦੌੜ ਜਾਂਦਾ ਹੈ ਤੇ ਹੱਥ ਦੇ ਵਿੱਚ ਮਾਲਾ, ਹੱਥ ਦੇ ਵਿੱਚ ਫੜਿਆ ਹੋਇਆ ਗੁੜਕਾ ਕੇਵਲ ਜੀਵ ਹੀ ਜਪਦੀ ਪਈ ਹੈ ਤੇ ਮਨ ਕਿਸੇ ਦੂਸਰੇ ਪਾਸੇ ਨੂੰ ਆਪਣੀਆਂ ਜਿਹੜੀਆਂ ਉਹ ਸਾਂਝਾਂ, ਉਹ ਗੁੰਦਾਂ ਆਪਣੇ ਤਾਣੇ ਬਾਣੇ ਨੂੰ ਬੁਣਨਾ ਸ਼ੁਰੂ ਕਰ ਦਿੰਦਾ ਹੈ। ਭਰਥਰੀ ਹਰੀ ਨੇ ਜਿਸ ਵੇਲੇ ਰਾਜ ਭਾਗ ਛੱਡਿਆ ਸੀ, ਘਰ ਨੂੰ ਤਿਆਗਣ ਦੀ ਮਨ ਦੇ ਵਿੱਚ ਉਹਨੇ ਵਿਚਾਰ ਕਰ ਲਈ ਕਿ ਮੈਂ ਰਾਜ ਭਾਗ ਤਿਆਗ ਕਰਕੇ ਤੇ ਯੋਗ ਮਤ ਧਾਰਨ ਕਰਾਂਗਾ, ਸਾਧਨਾ ਕਰਾਂਗਾ, ਮਨ ਨੂੰ ਵਸ ਵਿੱਚ ਕਰਾਂਗਾ ਤੇ ਮੈਂ ਮਨ ਨੂੰ ਵਸ ਕਰਕੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਕਰਾਂਗਾ। ਹੁਣ ਰਾਜ ਭਾਗ, ਧਨ ਦੌਲਤ ਸਾਰਾ ਕੁਝ ਹੀ ਛੱਡ ਕੇ ਤੇ ਰਾਤ ਦੇ ਸਮੇਂ ਕਹਿੰਦੇ ਵਿਦਵਾਨ ਆਖਦੇ ਨੇ ਕਿ ਪੁੰਨਿਆਂ ਦੀ ਰਾਤ ਨੂੰ ਭਰਥਰੀ ਨੇ ਜਿਹੜਾ ਸੀ ਉਹ ਆਪਣਾ ਘਰ ਛੱਡਿਆ ਸੀ, ਮਹਿਲਾਂ ਤੋਂ ਬਾਹਰ ਆਇਆ, ਪਰਿਵਾਰ ਨੂੰ ਵੀ ਛੱਡ ਆਇਆ, ਬਹੁਤ ਸਾਰਾ ਧਨ ਵੀ ਜੀਵਨ ਦੇ ਵਿੱਚ ਦੇਖਿਆ, ਉਹ ਵੀ ਸਾਰਾ ਕੁਝ ਛੱਡ ਆਇਆ ਤੇ ਰਸਤੇ ਦੇ ਵਿੱਚ ਤੁਰੇ ਜਾਂਦੇ ਨੂੰ ਨਾ ਰਾਹ ਦੇ ਵਿੱਚ ਕੁਝ ਚੀਜ਼ ਜਿਹੜੀ ਸੀ ਉਹ ਚਮਕਦੀ ਦਿਖਾਈ ਦਿੱਤੀ। ਚੰਦਰਮਾ ਦੀ ਰੌਸ਼ਨੀ ਪੈ ਰਹੀ ਸੀ ਤੇ ਦੇਖਣ ਤੋਂ ਇਵੇਂ ਲੱਗਦਾ ਸੀ ਸ਼ਾਇਦ ਕੋਈ ਕੀਮਤੀ ਲਾਲ ਪਿਆ ਹੋਇਆ ਹੈ। ਜਦੋਂ ਥੱਲੇ ਝੁਕਿਆ ਤੇ ਉਸ ਲਾਲ ਨੂੰ ਹੱਥ ਪਾਇਆ ਤੇ ਉਹਦੇ ਪਤਾ ਬਾਅਦ ਵਿੱਚ ਲੱਗਿਆ ਕਿ ਇਹ ਕੋਈ ਕੀਮਤੀ ਲਾਲ ਨਹੀਂ ਸੀ, ਇਹ ਤਾਂ ਕਿਸੇ ਨੇ ਪਾਨ ਖਾ ਕਰਕੇ ਤੇ ਆਪਣੀ ਥੁੱਕ ਉੱਥੇ ਸੁੱਟੀ ਸੀ ਤੇ ਉਹ ਥੁੱਕ ਦਾ ਰੰਗ ਲਾਲ ਹੋਣ ਕਰਕੇ ਤੇ ਮੈਨੂੰ ਲਾਲ ਮਹਿਸੂਸ ਹੋਇਆ। ਬੜਾ ਪਛਤਾਵਾ ਹੋਇਆ ਕਿ ਮਨਾ ਜਿਹੜੇ ਲਾਲ, ਜਿਹੜੇ ਰਤਨ, ਜਿਹੜੇ ਹੀਰੇ ਜਵਾਹਰਾਤ ਤੂੰ ਛੱਡ ਕੇ ਆਇਆ, ਇੱਕ ਪਾਸੇ ਤੇ ਤੂੰ ਇਹ ਸਾਰਾ ਕੁਝ ਛੱਡ ਕੇ ਆਇਆ ਪਰ ਮਨ ਦੇਖੋ ਕਿੱਥੋਂ ਤੱਕ ਮਜਬੂਰ ਕਰ ਦਿੱਤਾ ਕਿ ਥੁੱਕ ਦੇ ਉੱਤੇ ਤੈਨੂੰ ਡੇਗ ਦਿੱਤਾ, ਤੂੰ ਥੁੱਕ ਨੂੰ ਹੱਥ ਪਾ ਲਿਆ ਲਾਲ ਧਨ ਸਮਝ ਕਰਕੇ। ਗੁਰੂ ਤੇਗ ਬਹਾਦਰ ਮਹਾਰਾਜ ਫਿਰ ਉਹ ਬੰਗਾਲ ਦੀ ਜਦੋਂ ਸੰਗਤ ਦਰਸ਼ਨਾਂ ਵਾਸਤੇ ਆਉਂਦੀ ਹੈ ਤੇ ਮਹਾਰਾਜ ਸ਼ਬਦ ਉਚਾਰਨ ਕੀਤਾ, ਸਾਧੋ ਇਹ ਮਨ ਗਹਿਓ ਨਾ ਜਾਈ, ਗਹਿਓ ਫੜਿਆ ਜਾਣਾ, ਪਕੜ ਲੈਣਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ, ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹਨੂੰ ਜਦੋਂ ਸਾਧ ਸੰਗਤ ਆਪ ਪਾਠ ਵੀ ਬਾਣੀ ਦਾ ਕਰਦੇ ਹੋ, ਨਿਤਨੇਮ ਕਰਦੇ ਹੋ ਤੇ ਸ਼ਬਦ ਜਦੋਂ ਗਹਿਓ ਆਉਂਦਾ ਹੈ ਤੇ ਉਦੋਂ ਹਾਹੇ ਦੇ ਉੱਤੇ ਜ਼ੋਰ ਦੇ ਕੇ ਪੜ੍ਹਨਾ, ਕਿਤੇ ਇਸ ਤਰ੍ਹਾਂ ਨਾ ਪੜ੍ਹਿਆ ਜਾਵੇ ਗਇਓ ਤੁਹਾਰੋ ਦਵਾਰ। ਕਈ ਇਸ ਤਰ੍ਹਾਂ ਵੀ ਪਾਠ ਕਰਦੇ ਸੁਣੀਦਾ ਹੈ ਕਿ ਗਇਓ ਤੁਹਾਰੋ ਦਵਾਰ ਵੀ ਆਖ ਦਿੰਦੇ ਨੇ, ਨਹੀਂ, ਗਹਿਓ ਤੁਹਾਰੋ ਦਵਾਰ ਬਾਹੇ, ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਧੋ ਇਹ ਮਨ ਗਹਿਓ ਨਾ ਜਾਈ, ਇਹ ਮਨ ਫੜਿਆ ਨਹੀਂ ਜਾਂਦਾ। ਕਿਉਂ? ਕਿਉਂਕਿ ਮਨ ਚੰਚਲ ਹੈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਚੰਚਲ, ਜਿੱਦਾਂ ਚੰਚਲ ਮਤ ਬਾਲਕ ਬਪੜੇ ਕੀ। ਮਹਾਰਾਜ ਕਹਿੰਦੇ ਨੇ ਇਹ ਮਨ ਦਾ ਸੁਭਾਅ ਕਿਵੇਂ ਦਾ ਹੈ? ਕਹਿੰਦੇ ਨੇ ਜਿਵੇਂ ਬਾਲਕ ਦਾ ਸੁਭਾਅ ਹੁੰਦਾ ਹੈ। ਜਿਵੇਂ ਬਾਲਕ ਇੱਕ ਥਾਂ 'ਤੇ, ਬੱਚਾ, ਛੋਟਾ ਬੱਚਾ ਹੈ, ਉਹਨੂੰ ਇੱਕ ਥਾਂ 'ਤੇ ਬਿਠਾਉਣ ਦੀ ਕੋਸ਼ਿਸ਼ ਕਰੋ ਨਾ, ਜਿੰਨਾ ਮਰਜ਼ੀ ਲਾਲਚ ਦੇ ਕੇ ਦੇਖ ਲਓ, ਉਹਦੇ ਮਨਪਸੰਦ ਉਹਨੂੰ ਕੋਈ ਵਸਤੂ, ਖਿਡੌਣਾ, ਖਾਣ ਵਾਲੀ ਚੀਜ਼ ਦੇ ਦਿਓ, ਥੋੜ੍ਹਾ ਚਿਰ ਬੈਠੇਗਾ ਤੇ ਫਿਰ ਉੱਠ ਦੌੜੇਗਾ। ਮਹਾਰਾਜ ਕਹਿੰਦੇ ਬਸ ਇਹ ਮਨ ਦੀ ਹਾਲਤ ਹੈ। ਤੇ ਮਨ ਇੰਨਾ ਚੰਚਲ ਕਿਉਂ ਹੈ? ਮਹਾਰਾਜ ਕਹਿੰਦੇ ਨੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਕਹਿੰਦੇ ਇਹਦੇ ਨਾਲ ਤ੍ਰਿਸ਼ਨਾ ਵੱਸਦੀ ਪਈ ਹੈ ਤੇ ਤ੍ਰਿਸ਼ਨਾ ਇਸ ਮਨ ਨੂੰ ਇੱਕ ਥਾਂ 'ਤੇ ਟਿਕਣ ਨਹੀਂ ਦਿੰਦੀ। ਤ੍ਰਿਸ਼ਨਾ ਕੀ ਕਰਦੀ ਹੈ ਕਿ ਸਹਿਸ ਖੱਟੇ ਲੱਖ ਕਉ ਉਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਤ੍ਰਿਸ਼ਨਾ ਪਿੱਛੇ ਪਿੱਛੇ ਦੌੜਾਉਂਦੀ ਹੈ ਤੇ ਇਨਸਾਨ ਅੱਗੇ ਅੱਗੇ ਦੌੜਦਾ ਪਿਆ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਹ ਸੁਧ ਸਭ ਬਿਸਰਾਈ। ਮਹਾਰਾਜ ਕਹਿੰਦੇ ਮਨ ਕਿਉਂ ਨਹੀਂ ਵਸ ਚਾਹੁੰਦਾ? ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ, ਕ੍ਰੋਧ ਅੰਦਰ ਬੈਠਾ ਹੋਇਆ ਹੈ ਜਿਹਨੇ ਇਹਨੂੰ ਕਠੋਰ ਕਰ ਦਿੱਤਾ। ਤੇ ਜਿਹਨੂੰ ਕ੍ਰੋਧ ਨੂੰ ਅੰਦਰੋਂ ਕੱਢਣਾ, ਮਹਾਰਾਜ ਕਹਿੰਦੇ ਨੇ ਸਭ ਤੋਂ ਔਖੀ ਗੱਲ। ਨਿੱਕੀ ਨਿੱਕੀ ਗੱਲ ਤੇ ਬੰਦਾ ਖਿਝ ਜਾਂਦਾ ਹੈ, ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰ ਬੈਠਦਾ ਹੈ। ਤੇ ਕਹਿੰਦੇ ਜਹ ਸੁਧ ਸਭ ਬਿਸਰਾਈ। ਤੇ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ ਮਨੁੱਖ, ਪਰ ਜਦੋਂ ਗੁੱਸਾ ਆ ਜਾਂਦਾ ਹੈ ਤੇ ਗੁੱਸੇ ਦੇ ਵਿੱਚ ਸਾਰੀ ਸਿਆਣਪ ਜਿਹੜੀ ਹੈ ਉਹ ਇੱਕ ਪਾਸੇ ਰਹਿ ਜਾਂਦੀ। ਤੇ ਕਈ ਐਸੇ ਕਰਮ ਨੇ ਜਿਹੜੇ ਗੁੱਸੇ ਦੇ ਵਿੱਚ ਇਨਸਾਨ ਕਰਦਾ ਹੈ ਤੇ ਬਾਅਦ ਵਿੱਚ ਪਛਤਾਉਂਦਾ ਹੈ।
ਮਨੋਵਿਗਿਆਨ ਇਹ ਗੱਲ ਮੰਨਦਾ ਹੈ ਕਿ ਬਹੁਤ ਸਾਰੇ ਸਿਆਣੇ ਪੜ੍ਹੇ ਲਿਖੇ ਡਾਕਟਰ ਵਿਦਵਾਨ ਬੜੇ ਵੱਡੇ ਵੱਡੇ ਪ੍ਰੋਫੈਸਰ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਕਰ ਬੈਠਦੇ ਨੇ ਜਿੰਦੇ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾਣਾ ਪਿਆ। ਪਰ ਉਹ ਸੋਚਦੇ ਨੇ, ਉਹ ਇਹ ਗੱਲ ਆਖਦੇ ਨੇ, ਮੰਨਦੇ ਨੇ ਕਿ ਅਸੀਂ ਇਹ ਕੰਮ ਕਰਨਾ ਨਹੀਂ ਸੀ ਚਾਹੁੰਦੇ, ਪਰ ਗੁੱਸਾ ਇੰਨਾ ਜ਼ਿਆਦਾ ਆ ਗਿਆ ਕਿ ਉਸ ਗੁੱਸੇ ਦੇ ਵਿੱਚ ਆ ਕਰਮ ਅਸੀਂ ਕਰ ਬੈਠੇ। ਪੰਡਤ ਗੁਲਾਬ ਸਿੰਘ ਜੀ ਹੋਏ, ਉਹਨਾਂ ਨੇ ਕੁਝ ਗ੍ਰੰਥ ਵਿਦਾਂਤ ਦੇ ਲਿਖੇ। ਉਹਦੇ ਵਿੱਚ ਉਹਨਾਂ ਨੇ ਇੱਕ ਪਾਸੇ ਮਨ ਨੂੰ ਹੈ, ਇੱਕ ਪਾਸੇ ਸ਼ੁਭ ਗੁਣ ਨੇ ਤੇ ਦੂਸਰੇ ਪਾਸੇ ਅਵਗੁਣ ਨੇ। ਉਹਨਾਂ ਦੀ ਆਪਸ ਦੇ ਵਿੱਚ ਜੰਗ ਕਰਾਈ। ਕਹਿੰਦੇ ਨੇ ਜਦੋਂ ਮੋਹ ਰਾਜਾ ਜਿਹੜਾ ਕਹਿੰਦਾ ਹੈ ਕਿ ਹੰਕਾਰ ਵੀ ਹਾਰ ਗਿਆ, ਮੋਹ ਵੀ ਹਾਰ ਗਿਆ, ਕਾਮ ਵੀ ਹਾਰ ਗਿਆ, ਤੇ ਕਹਿੰਦੇ ਇੱਕ ਸੇਵਾਦਾਰ ਉੱਠ ਕੇ ਆਖਦਾ ਹੈ, ਉਹਦਾ ਨਾਂ ਹੈ ਕ੍ਰੋਧ। ਕ੍ਰੋਧ ਕਹਿੰਦਾ ਹੈ ਕਿ ਮੈਨੂੰ ਆਗਿਆ ਦਿਓ, ਮੈਂ ਜਾ ਕੇ ਜਿਹੜਾ ਹੈ ਉਹ ਸਤ ਸੰਤੋਖ ਦਇਆ ਧਰਮ ਨਾਲ ਲੜਨ ਨੂੰ ਤਿਆਰ ਹਾਂ। ਤੇ ਮਨ ਰਾਜਾ ਆਖਦਾ ਹੈ ਕਿ ਦੇਖ ਆ ਸਾਰੇ ਕਾਮ ਹਾਰਿਆ, ਕਾਮ ਹਾਰ ਗਿਆ, ਲੋਭ ਹਾਰ ਗਿਆ, ਮੋਹ ਹਾਰ ਗਿਆ, ਤੇ ਤੂੰ ਕੀ ਕਰ ਸਕਦਾ ਹੈ। ਉਹਨਾਂ ਦੀ ਤਾਕਤ ਬਹੁਤ ਵੱਡੀ ਸੀ। ਪੰਡਤ ਗੁਲਾਬ ਸਿੰਘ ਹੋਣੀ ਲਿਖਦੇ ਨੇ, ਉਹ ਕਹਿੰਦੇ ਨੇ ਅੰਧ ਕਰੋ ਦ੍ਰਿਗਵੰਤ ਕੋ, ਸੁਨਵੰਤ ਕੋ ਬਦਰੋਂ ਕਰ ਡਾਰੋ। ਕਹਿੰਦੇ ਨੇ ਅੰਧ ਕਰੋ ਦ੍ਰਿਗਵੰਤ ਕੋ, ਜਿਹੜਾ ਬੜੀ ਦੂਰ ਦ੍ਰਿਸ਼ਟੀ ਦਾ ਮਾਲਕ ਹੈ ਨਾ, ਬੜਾ ਸਿਆਣਾ, ਬੜੀ ਦੂਰ ਦੀ ਸੋਚਦਾ ਹੈ ਕਿ ਇਵੇਂ ਹੋ ਸਕਦਾ ਹੈ, ਆਹ ਹੋਣਾ ਚਾਹੀਦਾ ਹੈ, ਬੜੇ ਦੂਰ ਦੀ ਨਿਗਾਹ ਰੱਖਦਾ ਹੈ, ਉਹ ਕਹਿੰਦੇ ਨੇ ਕਿ ਉਹਨੂੰ ਅੰਨ੍ਹਿਆ ਕਰਕੇ ਰੱਖ ਦਿੰਦਾ ਹੈ ਕ੍ਰੋਧ। ਉਹਦੇ ਤੋਂ ਵੀ ਕਈ ਵਾਰੀ ਪਾਪ ਕਰਮ ਜਾਂ ਦੁਸ਼ਟ ਕਰਮ ਹੋ ਜਾਂਦੇ ਨੇ। ਅੰਧ ਕਰੋ ਦ੍ਰਿਗਵੰਤ ਕੋ, ਸੁਨਵੰਤ ਕੋ ਬਦਰੋ ਕਰ ਡਾਰੋ। ਬਦਰੋ ਕਹਿੰਦੇ ਨੇ ਬੋਲਾ ਕਰ ਦੇਣਾ। ਜਿਹੜਾ ਬੜਾ ਚੰਗਾ ਸਰੋਤਾ ਸੀ, ਹਰ ਗੱਲ ਨੂੰ ਧਿਆਨ ਨਾਲ ਸੁਣਦਾ ਸੀ, ਜਿਸ ਦਿਨ ਕ੍ਰੋਧ ਪੈਰ ਅੰਦਰ ਰੱਖ ਦਿੰਦਾ ਹੈ, ਉਹਦਾ ਸਰੋਤਾਪਨ, ਉਹਦੀ ਨਿਮਰਤਾ, ਉਹਦਾ ਟਿਕਾ ਜਿਹੜਾ ਹੈ ਉਹ ਕਿਸੇ ਪਾਸੇ ਨਹੀਂ ਰਹਿ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਹ ਸੁਧ ਸਭ ਬਿਸਰਾਨੋ। ਜਿੱਦਣ ਕ੍ਰੋਧ ਅੰਦਰ ਆ ਕੇ ਬੈਠੇਗਾ, ਮਹਾਰਾਜ ਕਹਿੰਦੇ ਮਨ ਉਸ ਦਿਨ ਵੀ ਨਹੀਂ ਟਿਕਣ ਦੇਵੇਗਾ। ਜਹ ਸੁਧ ਸਭ ਬਿਸਰਾਈ, ਮਹਾਰਾਜ ਕਹਿੰਦੇ ਨੇ ਇਹ ਅੰਦਰ ਦੀ ਸ਼ੁੱਧ, ਅੰਦਰ ਦੀ ਟਿਕਾ ਜਿਹੜਾ ਹੈ, ਸਤਿਗੁਰੂ ਕਹਿੰਦੇ ਨੇ ਇਹ ਸਾਰੀ ਚਲੇ ਜਾਂਦੀ, ਕਿਉਂਕਿ ਕ੍ਰੋਧ ਅੰਦਰ ਬੈਠਾ ਹੈ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਸਿਓ ਕਛ ਨਾ ਬਸਾਈ। ਅੰਦਰ ਰਤਨ, ਹਿਰਦੇ ਵਿੱਚ ਨਾਮ ਰੂਪੀ ਰਤਨ ਬੈਠਾ ਸੀ। ਤੇ ਮਹਾਰਾਜ ਕਹਿੰਦੇ ਨੇ ਕਿ ਰਤਨ ਗਿਆਨ ਸਭ ਕੋ ਹਿਰ ਲੀਨਾ। ਹਿਰ ਲੀਨੇ ਤੋਂ ਭਾਵ ਹੁੰਦਾ ਕਿ ਖੋਹ ਲਿਆ। ਨਾਮ ਰੂਪੀ ਰਤਨ ਹਿਰਦੇ ਵਿੱਚ ਸੀ, ਗਿਆਨ ਰੂਪੀ ਹਿਰਦੇ ਵਿੱਚ ਰਤਨ ਸੀ। ਤੇ ਹੋਇਆ ਕਿ ਜਿੱਦਣ ਕ੍ਰੋਧ ਅੰਦਰ ਆ ਕੇ ਬੈਠਾ, ਉਹਨੇ ਗਿਆਨ ਰੂਪੀ ਰਤਨ ਖੋ ਕੇ ਲੈ ਗਿਆ। ਫਿਰ ਗਿਆਨ ਨਹੀਂ ਰਿਹਾ, ਫਿਰ ਕੇਵਲ ਕ੍ਰੋਧ ਉੱਥੇ ਰਿਹਾ ਸੀ, ਕੇਵਲ ਗੁੱਸਾ ਸੀ, ਕੇਵਲ ਨਫ਼ਰਤ ਉੱਥੇ ਸੀ। ਤਾਂ ਸਿਓ ਕਛ ਨਾ ਬਸਾਈ। ਤੇ ਕਹਿੰਦੇ ਨੇ ਕਿ ਹੁਣ ਇਹ ਕ੍ਰੋਧ ਕਰਕੇ ਹੀ ਜੀਵਨ ਖਰਾਬ ਹੋ ਗਿਆ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਏ। ਜੋਗੀ ਜਿਹੜੇ ਨੇ ਉਹਨਾਂ ਨੇ ਯਤਨ ਕੀਤਾ ਕਿ ਮਨ ਕਾਬੂ ਵਿੱਚ ਆਵੇ, ਵਸ ਦੇ ਵਿੱਚ ਆਏ। ਜੋਗੀ ਯਤਨ ਕਰਤ ਸਭ ਹਾਰੇ, ਪਰ ਜਿੱਤ ਨਹੀਂ ਮਿਲੀ, ਹਾਰ ਹੀ ਨਸੀਬ ਹੋਈ। ਯਤਨ ਕੀਤੇ, ਪਰ ਯਤਨ ਕਰਨ ਦੇ ਨਾਲ ਵੀ ਮਨ ਜਿਹੜਾ ਸੀ ਉਹ ਵਸ ਦੇ ਵਿੱਚ ਨਹੀਂ ਆਇਆ। ਗੁਣੀ ਰਹੇ ਗੁਣ ਗਾਏ। ਜਿਹੜੇ ਗੁਣੀ ਸਨ, ਬਹੁਤ ਵਿਦਵਾਨ ਸਨ, ਉਹਨਾਂ ਨੇ ਰੱਬ ਦੀ ਵਡਿਆਈ ਗੁਣਾਂ ਰਾਹੀਂ ਗਾਉਣਾ ਕੀਤੀ। ਤੇ ਮਹਾਰਾਜ ਕਹਿੰਦੇ ਜਨ ਨਾਨਕ ਹਰ ਭਏ ਦਿਆਲਾ, ਤੋ ਸਭ ਬਿਦ ਬਣ ਆਏ। ਜੇ ਇਨਸਾਨ ਸੋਚਦਾ ਹੈ ਕਿ ਮੈਂ ਆਪਣੀ ਤਾਕਤ ਦੇ ਨਾਲ, ਆਪਣੇ ਗੁਣ ਦੇ ਨਾਲ, ਵਡਿਆਈ ਦੇ ਨਾਲ, ਸਾਧਨਾ ਦੇ ਨਾਲ, ਬੰਦਗੀ ਦੇ ਨਾਲ ਮੈਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ, ਮੈਂ ਮਨ ਨੂੰ ਕਾਬੂ ਕਰ ਸਕਦਾ ਹੈ, ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹੋਣਾ, ਕਿਉਂਕਿ ਮਨ ਬਹੁਤ ਵੱਡਾ ਤਾਕਤਵਰ ਹੈ। ਇਸ ਕਰਕੇ ਸਾਡੇ ਅੰਦਰ ਇੰਨੀ ਤਾਕਤ ਨਹੀਂ ਕਿ ਅਸੀਂ ਮਨ ਨੂੰ ਕਾਬੂ ਵਿੱਚ ਕਰ ਸਕੀਏ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਤਰੀਕਾ ਕੀ ਹੈ। ਮਹਾਰਾਜ ਕਹਿੰਦੇ ਨੇ ਕਿ ਇੱਕੋ ਹੀ ਹੈ, ਜਨ ਨਾਨਕ ਹਰ ਭਏ ਦਿਆਲਾ। ਜਿੱਦਣ ਉਹਦੀ ਬਖਸ਼ਿਸ਼ ਮਿਲਦੀ ਹੈ, ਨਦਰੇ ਇਨਾਇਤ ਮਿਲਦੀ ਹੈ, ਨਾਨਕ ਨਦਰੀ ਨਦਰ ਨਿਹਾਲ, ਜਿੱਦਣ ਉਹਦੀ ਕਰਮ ਨਿਵਾਜੀ ਮਿਲ ਜਾਂਦੀ ਹੈ, ਜਦੋਂ ਰਹਿਮਤ ਬਖਸ਼ਿਸ਼ ਕਰਦਾ ਹੈ, ਮਹਾਰਾਜ ਕਹਿੰਦੇ ਨੇ ਜਨ ਨਾਨਕ ਹਰ ਭਏ ਦਿਆਲਾ, ਤੋ ਸਭ ਬਿਦ ਬਣ ਆਏ। ਬਿਦ ਤੋਂ ਭਾਵ ਹੀ ਕਿ ਉਹ ਬਖਸ਼ਿਸ਼ ਮਿਲ ਗਈ, ਤਰੀਕਾ ਮਿਲ ਗਿਆ, ਢੰਗ ਮਿਲ ਗਿਆ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਜਿੰਦੇ ਰਾਹੀਂ ਇਹ ਮਨ ਕਾਬੂ ਦੇ ਵਿੱਚ ਆਉਂਦਾ ਹੈ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਿਰਪਾ ਕੀਤੀ। ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਗੁਰੂ ਸਾਹਿਬ ਜੀ ਦੇ ਕੋਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੰਗਾਲ ਦੀ ਸੰਗਤ ਆਈ। ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਵੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ ਬੰਗਾਲ ਦੇ ਵਿੱਚ ਦਰਸ਼ਨ ਦੇਵੋ। ਮਹਾਰਾਜ ਜੀ ਦੇ ਚਰਨਾਂ ਵਿੱਚ ਜਗਿਆਸਾ ਵੀ ਰੱਖੀ ਕਿ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਹਿੰਦੇ ਹੋ ਕਿ ਮਨ ਟਿਕਦਾ ਹੈ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਮਨ ਸਤਿਗੁਰੂ ਮਹਾਰਾਜ ਕਿਵੇਂ ਵਸ ਦੇ ਵਿੱਚ ਆਵੇ ਤੇ ਕਿਵੇਂ ਸਾਡਾ ਜੀਵਨ ਸਫਲਾ ਹੋਵੇ। ਗੁਰੂ ਸਾਹਿਬ ਜੀ ਨੇ ਫਿਰ ਇਹ ਗੌੜੀ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਸੀ ਇਹ ਮਹਾਰਾਜ ਜੀ ਨੇ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਮਨ ਦਾ ਟਿਕਾਓ ਬਖਸ਼ਿਸ਼ ਕੀਤਾ। ਔਰ ਇਹ ਜ਼ਰੂਰੀ ਵੀ ਹੈ ਕਿ ਅਸੀਂ ਜਦੋਂ ਵੀ ਬੈਠਦੇ ਆ ਨਾ, ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਆ ਤੇ ਮਨ ਜਿਹੜਾ ਹੈ ਕੁਝ ਸਮੇਂ ਵਾਸਤੇ ਹੀ ਉੱਥੇ ਬੈਠਦਾ ਹੋਵੇਗਾ, ਫਿਰ ਦੌੜ ਜਾਂਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿਹੜਾ ਪਹਿਲਾ ਉਪਦੇਸ਼ ਦਿੱਤਾ, ਜਿਸ ਦਿਨ ਮਹਾਰਾਜ ਜੀ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੋਏ ਸੀ, ਤੇ ਉਹ ਅਸੀਂ ਘਟਨਾ ਸਾਰੇ ਹੀ ਜਾਣਦੇ ਹਾਂ ਕਿ ਮਹਾਰਾਜ ਨੂੰ ਨਮਾਜ਼ ਪੜ੍ਹਨ ਵਾਸਤੇ ਲੈ ਕੇ ਗਏ ਸੀ। ਤੇ ਮਹਾਰਾਜ ਨੇ ਉਸ ਦਿਨ ਵੀ ਕਿਹਾ ਸੀ ਕਿ ਇਹ ਮਨ ਵਸ ਵਿੱਚ ਆਵੇਗਾ, ਮਨ ਟਿਕੇਗਾ, ਫਿਰ ਮਨ ਸਰੋਤਾ ਬਣੇਗਾ। ਜੇਕਰ ਮਨ ਉੱਥੇ ਨਾ ਰਿਹਾ, ਭਾਵੇਂ ਅਸੀਂ ਸਾਰੀ ਰਾਤ ਅਸੀਂ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਵੀ ਬੈਠਦੇ ਹਾਂ, ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਤੇ ਇਹ ਯਤਨ ਸਾਡੇ ਅਸਫਲ ਤਾਂ ਹੋ ਜਾਂਦੇ ਨੇ ਕਿਉਂਕਿ ਸਾਡਾ ਮਨ ਜਿਹੜਾ ਹੈ ਗੈਰ ਹਾਜ਼ਰ ਹੋ ਜਾਂਦਾ ਹੈ। ਮਨ ਹਾਜ਼ਰ ਹੋਵੇਗਾ ਤੇ ਸਾਡੀ ਕੀਤੀ ਹੋਈ ਸੰਗਤ ਸਫਲਾ ਹੋਏਗੀ। ਜਦੋਂ ਸੰਗਤ ਵਿੱਚ ਬੈਠੋ ਆ ਕੇ, ਜੇ ਤਾਂ ਬਾਣੀ ਪੜ੍ਹਾਈ ਜਾ ਰਹੀ, ਬਾਣੀ ਪੜ੍ਹਦੇ ਪਏ ਹੋ, ਬਾਣੀ ਸਰਵਣ ਕਰਦੇ ਪਏ ਹੋ, ਕੀਰਤਨ ਸਰਵਣ ਕਰਦੇ ਹੋ, ਬਿਲਕੁਲ ਨੇਤਰ ਬੰਦ ਕਰਕੇ ਤੇ ਆਪੇ ਦਾ ਧਿਆਨ ਕਰਨਾ ਸ਼ੁਰੂ ਕਰੋ। ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਮਨ ਦੇ ਵਿੱਚ ਜਦੋਂ ਵੀ ਫੁਰਨਾ ਆਵੇ, ਬਾਹਰ ਨੂੰ ਮਨ ਜਦੋਂ ਵੀ ਦੌੜੇ, ਤੇ ਉਸੇ ਛਣ ਜਿਹੜਾ ਹੈ ਮਨ ਨੂੰ ਰੋਕ ਕਰਕੇ ਤੇ ਸੰਗਤ ਵਿੱਚ ਲਿਆ ਕੇ ਬਿਠਾਓ। ਕਿਉਂਕਿ ਮਨ ਲੋਚੇ ਬੁਰਾਈਆਂ ਗੁਰ ਪ੍ਰਸਾਦੀ, ਇਹ ਮਨ ਹੋੜੀਏ। ਮਨ ਤੇ ਕਹਿੰਦੇ ਨੇ ਇਵੇਂ ਦਾ ਹੈ ਕਿ ਮਾਤਾ ਪੈਸਾ ਅਮੂਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਅਮੂਹਾ ਪੈਸਾ ਉਹ ਬਲਦ, ਉਹ ਪੰਜਾਬੀ 'ਚ ਜਾਂ ਸਿੱਧਾ ਸ਼ਬਦ ਕਿ ਉਹ ਝੋਟਾ ਜਿਹਨੂੰ ਜਿੱਧਰ ਨੂੰ ਖਿੱਚੋਗੇ ਉਹ ਦੂਜੇ ਪਾਸੇ ਨੂੰ ਸਿੰਗ ਮਾਰ ਕੇ ਜਾਏਗਾ। ਐਵੇਂ ਦਾ ਮਨ ਦਾ ਸੁਭਾਅ ਹੈ। ਮਾਤਾ ਪੈਸਾ ਅਮੂਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਉਹ ਪੁੱਠੇ ਪਾਸੇ ਨੂੰ ਜਾਏਗਾ, ਉਹ ਨੀਵੇਂ ਪਾਸੇ ਨੂੰ ਜਾਏਗਾ, ਸਿੱਧੇ ਪਾਸੇ ਨੂੰ ਉਹਨੂੰ ਖਿੱਚ ਕੇ ਲਿਆਉਣਾ ਔਖਾ। ਤੇ ਮਨ ਲੋਚੇ ਬੁਰਾਈਆਂ ਗੁਰ ਪ੍ਰਸਾਦੀ, ਇਹ ਮਨ ਹੋੜੀਏ। ਜਿਹੜਾ ਮਨ ਹਰ ਵੇਲੇ ਬੁਰਾਈ ਇਕੱਠੀ ਕਰਦਾ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਬਾਰ-ਬਾਰ ਇਸ ਮਨ ਨੂੰ ਖਿੱਚ ਕੇ ਲਿਆਉਣਾ ਪੈਣਾ। ਮਹਾਰਾਜ ਨੇ ਉਦਾਹਰਨ ਵੀ ਬਾਣੀ 'ਚ ਬਹੁਤ ਦਿੱਤੀਆਂ। ਮਹਾਰਾਜ ਕਹਿੰਦੇ ਨੇ ਮਨ ਜਿਹੜਾ ਹੈ ਉਹ ਕੁੰਚਰ ਦੇ ਵਾਂਗ ਹੈ, ਹਾਥੀ ਦੇ ਵਾਂਗ ਹੈ, ਤੇ ਜੇਕਰ ਇਹਨੂੰ ਕਾਬੂ ਵਿੱਚ ਕਰਨਾ ਹੈ ਤੇ ਗਿਆਨ ਰੂਪੀ ਕੁੰਡਾ ਸਿਰ ਦੇ ਉੱਪਰ ਹੋਵੇ ਤੇ ਸਤਿਗੁਰੂ ਮਹਾਰਾਜ ਗੁਰੂ ਵਰਗਾ ਮੁਹਾਵਤ ਇਸ ਮਨ ਦੇ ਉੱਤੇ ਬਿਠਾ ਦਿਓ, ਫਿਰ ਮਨ ਆਸੇ ਪਾਸੇ ਜਾਏਗਾ ਤੇ ਗੁਰੂ ਗਿਆਨ ਦਾ ਕੁੰਡਾ ਮਾਰ ਕੇ ਇਹਨੂੰ ਬਿਲਕੁਲ ਸਿੱਧੇ ਰਸਤੇ ਤੇ ਤੋਰ ਦੇਵੇਗਾ। ਜੇ ਬਿਲਕੁਲ ਆਜ਼ਾਦ ਤੇ ਪਾਗਲ ਹਾਥੀ ਦੇ ਵਾਂਗੂ ਲਾਪਰਵਾਹੀ ਕਰਕੇ ਦੌੜੇਗਾ ਤੇ ਜਿੱਧਰ ਜਾਵੇਗਾ ਉਧਰ ਹੀ ਨੁਕਸਾਨ ਕਰੇਗਾ। ਜੇਕਰ ਗੁਰੂ ਮੁਹਾਵਤ ਹੋਏਗਾ, ਗਿਆਨ ਦਾ ਕੁੰਡਾ ਸੀਸ ਉੱਪਰ ਹੋਵੇਗਾ, ਫਿਰ ਭਾਵੇਂ ਮਨ ਹਾਥੀ ਦੇ ਵਰਗਾ ਕਿਉਂ ਵੀ ਨਾ ਹੋਵੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਇਹ ਸਿੱਧੇ ਰਸਤੇ ਤੇ ਤੁਰੇਗਾ, ਇਹਦੇ ਕੋਲ ਭਲਾ ਹੋਵੇਗਾ, ਬੁਰਾਈ ਨਹੀਂ ਹੋਵੇਗੀ। ਗੁਰੂ ਕਿਰਪਾ ਕਰੇ। ਅੰਤਮ ਦੇ ਵਿੱਚ ਅਰਦਾਸ ਰੋਜ਼ਾਨਾ ਦੀ ਤਰ੍ਹਾਂ ਕਿ ਗੁਰੂ ਕਿਰਪਾ ਕਰੇ। ਆਪ ਸੰਗਤ ਨਿਤ ਅਰਦਾਸ ਕਰੋ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ